सुख पावो, 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 सुख पावो। सिमरो सिमर सिमर सुख पावो, कल कलेच तन माय मिटावो। सुख पावो, 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 सुख पावो। सिमरो सिमर सिमर सुख पावो, कल कलेश तन माय मिटावो। सुख पावो, 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 सुख पावो। सुख पावो, सुख सिमरो सिमर सिमर सुख पावो, पावो, सुख पावो, सुख पावो, सुख पावो। सिमरो सिमर सिमर सुख पावो, कल कलेश तन माय मिटावो। सुख पावो, सुख पावो, सुख पावो, सुख पावो। सिमरो सिमर सिमर सुख पावो, कल कलेश तन माय मिटावो। सुख पावो, सुख पावो, सुख पावो, सुख पावो। सिमरो जास बिसंबर के, नाम जपत अगणत अनेक। सुख पावो, सुख पावो, सुख पावो, सुख पावो। सिमरो जास बिसंबर के, नाम जपत अगणत अनेक। सुख पावो, सुख पावो, सुख पावो, सुख पावो। सिमरो सिमर सिमर सुख पावो, कल कलेच तन माय मिटावो। सुख पावो, 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 सुख पावो। वेद पुराण सिमरत सुधाकर, कीने राम नाम एक आखर। सुख पाओ, सुख पाओ, सुख पावो, सुख पावो। वेद पुराण सिमरत सुधाकर, कीने राम नाम एक आखर। सुख पाओ, सुख पावो, सुख पावो, सुख पावो। सिमरो सिमर सिमर सुख पावो, कल कलेच तन माय मिटावो। सुख पावो, 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 सुख पावो। ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਨ ਕਿ ਇਹ ਦੁਨੀਆ ਦੇ ਲੋਕੋ, ਜੇ ਸਦੀਵੀ ਸੁਖ ਲੋੜਦੇ ਹੋ, ਜੇ ਚਾਹੁੰਦੇ ਹੋ ਸਾਡਾ ਲੋਕ ਪਰਲੋਕ ਸੁਖੀ ਹੋਵੇ, ਤਾਂ ਫਿਰ ਸਿਮਰੋ ਸਿਮਰ ਸਿਮਰ ਸੁਖ ਪਾਵੋ।
ਸਿਮਰਨ ਵਿੱਚ ਸੁਖ ਹੈ। ਕੋਈ ਦਾਨ ਕਰ ਰਿਹਾ ਹੈ, ਕੋਈ ਪੁੰਨ ਕਰ ਰਿਹਾ ਹੈ, ਕੋਈ ਜਲ ਧਾਰੇ ਕਰ ਰਿਹਾ ਹੈ, ਕੋਈ ਲੰਗਰ ਲਾਈ ਬੈਠਾ ਹੈ, ਕੋਈ ਕੁਝ ਕਰ ਰਿਹਾ ਹੈ। ਇਹ ਸਾਰੇ ਹੀ ਕੰਮ ਚੰਗੇ ਹਨ, ਪਰ ਨਾਮ ਤੁਲ ਕਿਛ ਅਵਰ ਨਾ ਹੋਏ। ਜਿੱਥੇ ਨਾਮ ਹੈ, ਜਿੱਥੇ ਨਾਮ ਸਹਾਇਤਾ ਕਰਦਾ ਹੈ, ਉੱਥੇ ਕੋਈ ਹੋਰ ਵਸਤੂ ਸਹਾਈ ਨਹੀਂ ਹੁੰਦੀ। ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਹਨ, ਭਾਈ ਸੁਖ ਪਾਵੋ। ਜਿਨ੍ਹਾਂ ਨੇ ਵੀ ਸੁਖ ਪਾਉਣਾ ਹੈ, ਉਹ ਸਾਸ ਗਰਾਸ ਜਪੋ ਸ੍ਰੀ ਵਾਹਿਗੁਰੂ। ਸੁਖ ਪਾਵੋ, 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 ਸੁਖ ਪਾਵੋ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਏ ਮਿਟਾਵੋ। ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ। ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ। ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਪੂਰਨ ਗੁਰੂ ਦੀ ਭਾਲ ਸੀ, ਪਰ ਜਦੋਂ ਗੁਰੂ ਕੀ ਬਾਣੀ ਕੰਨਾਂ ਤੇ ਪਈ, ਮਨ ਨੂੰ ਸੁਖ ਮਿਲਿਆ, ਸ਼ਾਂਤੀ ਮਿਲੀ। ਪਤਾ ਲੱਗਿਆ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਹੈ। ਤੇ ਆਪ ਫਿਰ ਜਦੋਂ ਗੁਰੂ ਧਾਰਨ ਕਰਕੇ ਨਾਮ ਦੇ ਨਾਲ ਜੁੜ ਗਏ, ਤੇ ਫਿਰ ਆਪ ਹੀ ਨਹੀਂ ਨਾਮ ਜਪਿਆ। ਆਪਣਾ ਮਨ ਸੁਖੀ ਨਹੀਂ ਹੋਇਆ ਨਾਮ ਜਪ ਕੇ, ਸਾਰੇ ਸੰਸਾਰ ਵਿੱਚ ਨਾਮ ਦਾ ਛੱਤਾ ਦੇ ਕੇ ਅਨੇਕ ਜੀਵਾਂ ਦਾ ਉਧਾਰ ਕਰ ਦਿੱਤਾ। ਇਹ ਨਾਮ ਇੱਕ ਐਸੀ ਵਸਤੂ ਹੈ ਕਿ ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏਗਾ। ਇੱਕ ਨਾਮ ਐਸੀ ਵਸਤੂ ਹੈ ਜਿਹੜੀ ਆਪ ਹੀ ਨਹੀਂ, ਸਿਰਫ ਕੁਟੰਬ ਹੀ ਨਹੀਂ, ਜਿਨ ਜਪਿਆ ਤਿਸ ਕੋ ਬਲਿਹਾਰ। ਗੁਰੂ ਉਸ ਤੋਂ ਸਦਕੇ ਜਾ ਰਿਹਾ, ਜਿਨ੍ਹਾਂ ਨੇ ਜਪਿਆ, ਆਖਿਆ ਤਿਸ ਕੇ ਸੰਗ ਤਰੇ ਸੰਸਾਰ। ਸਾਰੇ ਸੰਸਾਰ ਦਾ ਭਲਾ ਹੋ ਗਿਆ ਜਿਨ੍ਹਾਂ ਨੇ ਭਾਈ ਆਪ ਜਪਿਆ ਤੇ ਸੰਸਾਰ ਪਾਸੋਂ ਜਪਾਇਆ। ਇਸ ਲਈ ਹਜ਼ੂਰ ਦਾ ਬਚਨ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ। ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਏ ਮਿਟਾਵੋ। ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ। ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਏ ਮਿਟਾਵੋ। ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ। ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ। ਸਿਮਰ ਸਿਮਰ ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ।
सुधाखर कीने राम नाम एक आखर सुख पाओ सुख पाओ सुख पाओ सुख पाओ किनका एक जिस जिए बसावे ताकि महिमा गनी नावे सुख पाओ सुख पाओ सुख पाओ सुख पाओ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਮ ਦਾ ਭੰਡਾਰ ਹੈ। ਲਾਲ ਜਵੇਹਰ ਭਰੇ ਭੰਡਾਰ। ਹਜ਼ੂਰ ਕਹਿੰਦੇ ਨੇ ਕੋਈ ਕਿਨਕਾ ਕੋਈ ਅੱਖਰ ਹਿਰਦੇ ਵਿੱਚ ਵਸਾ ਲੇਗਾ ਤੇਰਾ ਲੋਕ ਪਰਲੋਕ ਸੌਰ ਜਾਏਗਾ। ਜੇ ਰੱਤੀ ਹਿਰਦੇ ਵਿੱਚ ਨਾਮ ਨਹੀਂ ਵਸਿਆ ਤੇਰੇ, ਬੇਸ਼ੱਕ ਦੁਨੀਆ ਦੀਆਂ ਪਾਤਸ਼ਾਹੀਆਂ ਧਨ ਦੌਲਤ ਪਦਾਰਥ ਸਾਰੇ ਤੇਰੇ ਕੋਲ ਮੌਜੂਦ ਹਨ। ਕਲਗੀਧਰ ਪਾਤਸ਼ਾਹ ਆਪਣੀ ਬਾਣੀ ਵਿੱਚ ਕਹਿ ਰਹੇ ਹਨ, ਜੇ ਰੱਤੀ ਨਾਮ ਨਹੀਂ ਵਸਿਆ ਤਾਂ ਇਹ ਮਨੁੱਖ ਤੇਰੀ ਦਰਗਾਹ ਵਿੱਚ ਕੌਡੀ ਵੀ ਕੀਮਤ ਨਹੀਂ ਪੈਣੀ। ਏਕ ਰੱਤੀ ਬਿਨ ਏਕ ਰੱਤੀ ਕੇ। ਤੇ ਜੇ ਵਸ ਗਿਆ ਕਿਨਕਾ ਨਾਮ ਦਾ ਤੇਰੇ ਹਿਰਦੇ ਵਿੱਚ, ਤੇਰੇ ਜੀਵਨ ਨੂੰ ਨੂਰੋ ਨੂਰ ਕਰ ਦੇਵੇਗਾ। ਇੱਕ ਸਤਪੁਰਸ਼ ਨੇ ਸੋਨੇ ਦੀਆਂ 3 ਮੂਰਤੀਆਂ ਬਣਾਈਆਂ। ਇੱਕੋ ਜੈਸੀ ਸ਼ਕਲ ਹੈ, ਇੱਕੋ ਜਿਤਨਾ ਵਜਨ ਹੈ। ਉਹਦੀ ਕੀਮਤ ਪਵਾਉਣ ਲਈ ਤੁਰ ਪਿਆ। ਜਿੱਥੇ ਜਾਂਦਾ ਹੈ ਉਹ ਇੱਕੋ ਜਿਹੀ ਕੀਮਤ ਪਾਉਂਦੇ ਹਨ, ਕਿਉਂਕਿ ਸੁਨਿਆਰ ਨੇ ਸਰਾਫ ਨੇ ਤਾਂ ਸੋਨੇ ਦੀ ਕੀਮਤ ਵੇਖਣੀ ਹੈ। ਆਪਣੀ ਆਪਣੀ ਨਜ਼ਰ ਹੈ। ਜਿੱਥੇ ਜਾਵੇ ਉਹ ਇੱਕੋ ਜਿਹੀ ਕੀਮਤ ਪਾਣ। ਕਹਿਣ ਲੱਗਾ ਨਹੀਂ, ਇਹਨਾਂ ਦੀ ਇੱਕ ਕੀਮਤ ਨਹੀਂ ਹੋ ਸਕਦੀ। ਤਤ ਵੇਤਾ ਸਾਸ ਗ੍ਰਾਸ ਭਗਤੀ ਕਰਨ ਵਾਲੇ ਮਹਾਂਪੁਰਖ ਬੈਠੇ ਸਨ, ਉਹਨਾਂ ਕੋਲ ਲੈ ਗਿਆ ਉਹਨਾਂ ਮੂਰਤੀਆਂ ਨੂੰ। ਮਹਾਰਾਜ ਇਹ ਸੋਨੇ ਦੀਆਂ ਮੂਰਤੀਆਂ ਹਨ, ਇਹਨਾਂ ਦੀ ਕੀਮਤ ਪਾਓ। ਮਹਾਂਪੁਰਖਾਂ ਨੇ ਇੱਕ ਤਾਰ ਲੈ ਕੇ ਇੱਕ ਮੂਰਤੀ ਦੇ ਕੰਨ ਵਿੱਚ ਪਾਈ। ਉਹ ਤਾਰ ਦੂਸਰੇ ਪਾਸੋਂ ਨਿਕਲ ਗਈ। ਮਹਾਂਪੁਰਖ ਕਹਿਣ ਲੱਗੇ, ਇਸ ਮੂਰਤੀ ਦੀ ਤਾਂ ਪੰਨੀ ਕੌਡੀ ਵੀ ਕੀਮਤ ਨਹੀਂ ਹੈ, ਇਸ ਨੂੰ ਪਰੇ ਰੱਖ ਦੇ। ਦੂਸਰੀ ਮੂਰਤੀ ਦੇ ਕੰਨ ਵਿੱਚ ਤਾਰ ਪਾਈ, ਉਹ ਮੁਖ ਤੋਂ ਨਿਕਲ ਗਈ। ਮਹਾਂਪੁਰਖ ਕਹਿਣ ਲੱਗੇ, ਇਹਦੀ ਕੁਝ ਕੀਮਤ ਹੈ। ਤੀਸਰੀ ਮੂਰਤੀ ਦੇ ਕੰਨ ਵਿੱਚ ਜਦੋਂ ਤਾਰ ਪਾਈ ਤਾਂ ਉਹ ਸਾਰੀ ਦੀ ਸਾਰੀ ਅੰਦਰ ਚਲੀ ਗਈ। ਮਹਾਂਪੁਰਖਾਂ ਨੇ ਉਸ ਮੂਰਤ ਅੱਗੇ ਨਮਸਕਾਰ ਵੀ ਕੀਤੀ ਤੇ ਕਹਿਣ ਲੱਗੇ, ਇਸ ਮੂਰਤੀ ਦੀ ਕੀਮਤ ਕੋਈ ਅਦਾ ਨਹੀਂ ਕਰ ਸਕਦਾ, ਕੋਈ ਦੇ ਨਹੀਂ ਸਕਦਾ। ਜਿਹੜੇ ਮਨੁੱਖ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੇ ਹਨ ਜਾਂ ਕੋਲ ਜਾ ਬਹਿੰਦੇ ਹਨ, ਉਮਰਾਂ ਬੀਤ ਗਈਆਂ, ਕੋਈ ਕਿਨਕਾ ਨਾਮ ਦਾ ਹਿਰਦੇ ਵਿੱਚ ਨਹੀਂ ਵਸਿਆ, ਤਾਂ ਹਜ਼ੂਰ ਕਹਿੰਦੇ ਹਨ ਉਹਦਾ ਕੋਈ ਮੁੱਲ ਨਹੀਂ ਪੈਣ ਵਾਲਾ। ਕਿਉਂਕਿ ਗੁਰ ਡਿੱਠੇ ਮੁਕਤ ਨਾ ਹੋਵੇ, ਜਿਚਰ ਗੁਰ ਸ਼ਬਦ ਨਾ ਕਰੇ ਪਿਆਰ। ਜਿਤਨੇ ਤੱਕ ਸ਼ਬਦ ਦੇ ਨਾਲ ਪਿਆਰ ਨਹੀਂ ਕਰਾਂਗੇ, ਹਿਰਦੇ ਵਿੱਚ ਨਹੀਂ ਵਸਾਵਾਂਗੇ, ਅੱਜ ਉਹ ਸਭ ਤੋਂ ਪਿਆਰੀ ਵਸਤੂ ਹੁੰਦੀ ਹੈ, ਉਸ ਨੂੰ ਕੰਠ ਨਾਲ ਲਗਾ ਕੇ ਰੱਖੀਦਾ। ਤੇ ਹਜ਼ੂਰ ਵੀ ਤਾਂ ਸਾਨੂੰ ਇਹੀ ਸੁਮਤੀ ਦਿੰਦੇ ਹਨ ਕਿ ਹਰ ਕਾ ਨਾਮ ਰੱਖ ਕੰਠ ਪਰੋਏ। ਜਿਹੜੀ ਸਭ ਤੋਂ ਪਿਆਰੀ ਵਸਤੂ ਹੋਵੇ ਉਹਨੂੰ ਕੰਠ ਨਾਲ ਲਾ ਕੇ ਰੱਖੀਦਾ। ਕਈ ਮਨੁੱਖ ਐਸੇ ਵੀ ਹੁੰਦੇ ਹਨ ਜੋ ਕੰਨਾਂ ਦੁਆਰਾ ਬਾਣੀ ਸੁਣਦੇ ਹਨ, ਰਸਨਾ ਦੁਆਰਾ ਜਪਦੇ ਵੀ ਹਨ, ਪਰ ਗੁਰੂ ਕੀ ਬਾਣੀ ਦੀ ਵਿਚਾਰ ਬਹੁਤ ਘੱਟ ਹੈ। ਇਹ ਨਹੀਂ ਵਿਚਾਰਿਆ ਕਿ ਅੱਜ ਸਤਿਗੁਰਾਂ ਨੇ ਬਾਣੀ ਵਿੱਚ ਸਾਨੂੰ ਕੀ ਸ਼ੁਭ ਉਪਦੇਸ਼ ਦਿੱਤਾ ਹੈ। ਕੱਲ ਤੋਂ ਅੱਜ ਸਾਡੇ ਆਤਮਿਕ ਉન્નਤੀ ਵਿੱਚ ਕਿਤਨਾ ਕੁ ਫਰਕ ਪਿਆ ਹੈ, ਕਿਤਨੀ ਕੁ ਪਰਿਵਰਤਨ ਆਈ ਹੈ। ਆਖਿਆ ਇਹ ਵੀ ਕਦੇ ਨਾ ਕਦੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਕਦੇ ਨਾ ਕਦੇ ਜੁੜ ਜਾਣਗੇ ਮਾਲਕ ਦੇ ਚਰਨਾਂ ਨਾਲ। ਪਰ ਐਸੇ ਪੂਰਨ ਬ੍ਰਹਮ ਗਿਆਨੀ ਗੁਰੂ ਕੇ ਸਿੱਖ ਜੋ ਹੁੰਦੇ ਹਨ,
ਜਿਹੜੇ ਰਸਨਾ ਦੁਆਰਾ ਜਪਦੇ ਹਨ, ਕੰਨਾਂ ਨੂੰ ਕਟੋਰੀਆਂ ਬਣਾ ਕੇ ਉਹ ਨਾਮ ਦਾ ਅੰਮ੍ਰਿਤ ਆਪਣੇ ਹਿਰਦੇ ਵਿੱਚ ਜਾ ਵਸਾਉਂਦੇ ਹਨ, ਉਹਨਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਹਜੂਰ ਦਾ ਬਚਨ ਹੈ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਜਦੋਂ ਅਸੀਂ ਗਾਉਂਦੇ ਹਾਂ ਸਾਡੇ ਕੰਨ ਸੁਣਦੇ ਹਨ, ਜੇ ਕੰਨ ਨਾ ਸੁਣਨ ਤਾਂ ਪਤਾ ਹੀ ਨਹੀਂ ਲੱਗਦਾ ਬਈ ਸੁਰ ਵਿੱਚ ਗਾ ਰਹੇ ਹਾਂ ਜਾਂ ਬੇਸੁਰਾ ਗਾ ਰਹੇ ਹਾਂ। ਆਖਿਆ ਇਹਨਾਂ ਕੰਨਾਂ ਨੂੰ ਕਟੋਰੀਆਂ ਬਣਾ। ਇਹ ਗੁਰੂ ਕੀ ਬਾਣੀ ਕੋਈ ਕੰਨ ਰਸ ਨਹੀਂ ਹੈ, ਇਹ ਤਾਂ ਆਤਮਾ ਦੀ ਖੁਰਾਕ ਹੈ, ਭੋਜਨ ਹੈ। ਗੁਰੂ ਅਰਜਨ ਦੇਵ ਮਹਾਰਾਜ ਜਦੋਂ ਬਾਣੀ ਦਾ ਜਹਾਜ਼ ਰਚਿਆ ਤਾਂ ਫਿਰ ਇਸ਼ਾਰਾ ਕਰਕੇ ਦੱਸਿਆ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सबस आधारो, जे को खावे जे को पुंचै, तिसका होए उधारो। ਜਿਹੜਾ ਮਨ ਕਰਕੇ ਗੁਰੂ ਕੀ ਬਾਣੀ ਪੜ੍ਹਦਾ ਹੈ, ਗੁਰੂ ਕੀ ਬਾਣੀ ਸੁਣਦਾ ਹੈ, ਹਿਰਦੇ ਵਿੱਚ ਵਸਾਉਂਦਾ ਹੈ, ਸਤਿਗੁਰਾਂ ਨੇ ਮੋਹਰ ਲਾ ਦਿੱਤੀ ਬਈ ਉਹ ਪਰਮ ਗਤੀ ਨੂੰ ਪ੍ਰਾਪਤ ਹੋਣਗੇ, ਉਹਨਾਂ ਦਾ ਉਧਾਰ ਹੋਵੇਗਾ। ਇਸ ਲਈ ਕਿਨ ਕਾ ਏਕ ਜਿਸ ਜੀਆ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। किन का एक जिस जिए बसावे, ताकि महिमा गली न आवे। सुख पाओ सुख पाओ, सुख पाओ सुख पाओ। किन का एक जिस जिए बसावे, ताकि महिमा गली न आवे। सुख पाओ सुख पाओ सुख पाओ। सिमरो सिमर सिमर सुख पावो, कल कलेश तन माए मिटावो। सुख पावो सुख पावो, सुख पावो सुख पावो, सुख पावो सुख पाओ, सुख पाओ सुख पावो सुख पाओ, सुख पावो सुख पावो, सुख पावो। सतनाम वाहेगुरु सतनाम वाहेगुरु, सतनाम वाहेगुरु सतनाम वाहेगुरु, सतनाम वाहेगुरु सतनाम वाहेगुरु, सतनाम वाहेगुरु सतनाम वाहेगुरु। वाहेगुरु 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 वाहेगुरु, वाहेगुरु वाहेगुरु वाहेगुरु, वाहेगुरु 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 वाहेगुरु, वाहेगुरु 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 वाहेगुरु। सतनाम वाहेगुरु सतनाम वाहेगुरु, सतनाम वाहेगुरु सतनाम वाहेगुरु। सुख पावो सुख पावो, सुख पावो सुख पावो, सुख पावो सुख पावो, सुख पावो सुख पावो। सिमरो सिमर सिमर सुख पावो, कल कलेश तन माए मिटावो। सुख पावो सुख पावो, सुख पावो सुख पावो, सुख पावो सुख पावो, सुख पावो सुख पावो। हजूर दा बचन है कि सिमरो सिमर सिमर सुख पावो, कल कलेश तन माहे मिटाओ। क्योंकि सर्ब रोग का अवखुद नाम, संसार रोगी नाम दारू। हजूर दा बचन है कि सारे संसार विच निगाह मार के वेख लो, जो जो दिसै सो सो रोगी,
रोग रहत मेरा सतगुर जोगी। जिधर भी वेखोगे कोई ना कोई दुख हर एक नूं लगा होया है। गुरु नानक साहब जी दा बचन है, बाली रोवै ना भतार, नानक दुखिया सब संसार। पर ਇਹ ਦੁੱਖਾਂ ਦਾ ਅੰਤ ਕਦੋਂ ਹੋਵੇਗਾ? ਜਦੋਂ ਸਤ ਸੰਗਤ ਵਿੱਚ ਬਹਿ ਕੇ ਜਪੇਗਾ ਸ੍ਰੀ ਵਾਹਿਗੁਰੂ, ਤਾਂ ਹੀ ਦੁੱਖਾਂ ਦਾ ਅੰਤ ਹੋਵੇਗਾ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਕੀਰਤਨ ਗੁਣ ਗਾਮ। महापुरख संत करम सिंह जी होती मरदान वाले पूर्ण महापुरख होए हन, जो सास ग्रास बंदगी करन वाले सन और हर वेले गुरु ग्रंथ साहब सच्चे पातशाह जी नूं दसां पातशाही दा स्वरूप समझ के, प्रगट गुरां की देह समझ के पूजा करते सन। कई लोग ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਕੇਵਲ ਰੂਹਾਨੀ ਗਿਆਨ ਸਮਝਦੇ ਹਨ, ਪਰ ਕਲਗੀਧਰ ਪਾਤਸ਼ਾਹ ਨੇ ਸਾਨੂੰ ਪ੍ਰਗਟ ਗੁਰਾਂ ਕੀ ਦੇਹ ਕਹਿ ਕੇ ਸਾਨੂੰ ਲੜ ਲਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ। तो महापुरख संत बाबा करम सिंह जी दे पास जम्मू दा महाराजा राजा प्रताप सिंह महापुरखां दी उपमा सुन के आया। रानी भी नाल है, परिवार भी नाल है। होती मरदान जदों पता लग्या डिप्टी कमिश्नर नूं, उसने बड़ियां सुहागत दियां तैयारियां कीतियां, प्रोग्राम बनाए। पर राजा प्रताप सिंह नूं जदों पता लग्या तां सारियां नूं रोक दिता। आख्या मैं कोई इत्थे राजा बन के नहीं आ रहा, मैं तां मुरीद बन के, मैं तां गुरु नानक दे दर दा कूकर बन के, सेवक बन के आ रहा। महापुरखां दे डेरे जदों पहुंचिया, सेवकां ने जाके अंदर बेनती कीती, बाबा करम सिंह जी होती मरदान वालियां नूं महाराज जम्मू दा राजा आया, शहत परिवार दे आया ते की हुक्म है? तां बाबा जी कहन लगे, भाई उसनूं जल पानी छका के ते सत संगत विच ले आओ ते संगत दे दर्शन करन आवांगे ते उत्थे मिलाप हो जाएगा। राजे नूं जल पानी छकाया, संगत विच बिठाया। ऐसा महान कीर्तन और ऐसे महापुरखां दे प्रवचन, अमलीक लाल ए रतन, इउं प्रतीत होया जिवें अज बैकुंठ अरशां ते नहीं फरशां ते आ बिराजिया। क्योंकि जिथे सास ग्रास भगती करन वाले महापुरख बैठे होंदे हन ना, वो बैकुंठ नगर बन जाता है। उच्चारण करो श्री बैकुंठ नगर जह संत वासा। हजूर दा बचन है 68 तीर्थ जह साध पग धरै, तहां बैकुंठ जह नाम उचरै। वो बैकुंठ है जिथे नाम उचरिया जा रहा है। इसे लिए तो गुरु अर्जन देव महाराज कह रहे हैं, सुख पावो सिमरो सिमर सिमर। सुख पावो 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 सुख पावो। सिमरो सिमर सिमर सुख पावो, कल कलेश तन माए मिटावो। सुख पावो 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 सुख पावो।
तिनका एक जिस जिए बसावे, ताकि मैं मांगनी न आवे। सुख पाओ, सुख पाओ, सुख पाओ, सुख पाओ। काखी एक दर्श तुहारो, नानक उन संग मोहे उधारो। सुख पाओ, सुख पाओ, सुख पाओ, सुख पाओ। सुख मनी सुख अमृत प्रभु नाम, भगत जना के मन विश्राम। सुख पाओ, सुख पाओ, सुख पाओ, सुख पाओ। सुख मनी सुख अमृत प्रभु नाम, भगत जना के मन विश्राम। सुख पाओ, सुख पाओ, सुख पाओ, सुख पाओ। ਗੁਰੂ ਕੀ ਬਾਣੀ ਇਹ ਸੁੱਖਾਂ ਦੀ ਦਾਤੀ ਹੈ। ਜਦੋਂ ਰਾਜੇ ਨੇ ਕੀਰਤਨ ਸਰਵਣ ਕੀਤਾ, ਮਹਾਂਪੁਰਖਾਂ ਦੇ ਪ੍ਰਵਚਨ ਅਮਲੀਕ ਲਾਲ ਇਹ ਰਤਨ, ਜਦੋਂ ਮਹਾਂਪੁਰਖਾਂ ਦੇ ਬਚਨ ਸੁਣੇ ਤਾਂ ਤਨ ਮਨ ਮੋਹਿਆ ਗਿਆ, ਬੜਾ ਸੁੱਖ ਮਿਲਿਆ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਮਹਾਂਪੁਰਖਾਂ ਨੇ ਜੀਉ ਆਇਆ ਆਖਿਆ ਤੇ ਪੁੱਛਿਆ, ਰਾਜਾ ਕਿਵੇਂ ਆਮਦ ਹੋਈ ਹੈ? ਜੀਉ ਆਇਆ। ਤੇ ਰਾਜੇ ਨੇ ਰੋ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਭਗੰਦਰ ਦਾ ਰੋਗ ਹੈ। ਬੜੇ ਬੜੇ ਡਾਕਟਰਾਂ ਹਕੀਮਾਂ ਨੂੰ ਵਿਖਾ ਚੁੱਕਿਆ, ਸਭ ਨੇ ਜਵਾਬ ਦਿੱਤਾ ਹੈ। ਗੁਰੂ ਨਾਨਕ ਦਾ ਦਰ ਜਾਣ ਕੇ, ਕਿਉਂਕਿ ਆਪ ਗੁਰੂ ਨਾਨਕ ਦੇ ਪਿਆਰੇ ਹੋ, ਇਸ ਲਈ ਮੈਂ ਤੁਹਾਡੀ ਬੜੀ ਉਪਮਾ ਸੁਣ ਕੇ ਆਇਆ। ਕਿਰਪਾ ਕਰੋ ਮੇਰਾ ਸਰੀਰਕ ਰੋਗ ਵੀ ਠੀਕ ਹੋ ਜਾਵੇ ਤੇ ਕੋਈ ਵਾਰਿਸ ਵੀ ਭੇਜੋ। ਮੇਰੇ ਘਰ ਕੋਈ ਔਲਾਦ ਨਹੀਂ, ਮੇਰੇ ਘਰ ਸਪੁੱਤਰ ਦੀ ਵੀ ਦਾਤ ਬਖਸ਼ੋ। ਤਾਂ ਮਹਾਂਪੁਰਖ ਬਾਬਾ ਕਰਮ ਸਿੰਘ ਜੀ ਰੱਬ ਦੇ ਰੰਗ ਵਿੱਚ ਰੱਤੇ ਹੋਏ, ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਮਹਾਂਪੁਰਖ ਦਾ ਕੋਈ ਬਚਨ ਮੰਨ ਲਵੇ, ਸਾਰੀਆਂ ਹੀ ਦਾਤਾਂ ਗੁਰੂ ਕੋਲੋਂ ਦਿਵਾ ਸਕਦੇ ਹਨ। ਮਹਾਂਪੁਰਖਾਂ ਨੇ ਰਾਜੇ ਔਰ ਰਾਣੀ ਨੂੰ ਸੰਬੋਧਨ ਕਰਕੇ ਆਖਿਆ, ਭਈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ 5 ਪਾਠ ਰੋਜ਼ ਜਪਜੀ ਸਾਹਿਬ ਦੇ ਕਰਨੇ ਹਨ। ਔਰ ਉਹ ਅੰਮ੍ਰਿਤ ਜਲ ਜਿੱਥੇ ਰੋਗ ਹੈ ਉੱਥੇ ਵੀ ਮਲਣਾ ਹੈ, ਉੱਥੇ ਵੀ ਛਿੱਟਾ ਮਾਰਨਾ ਹੈ। ਉਸ ਤੋਂ ਉਪਰੰਤ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚੋ। ਇੱਕ ਜਲ ਦਾ ਗੜਵਾ ਗੁਰੂ ਸਾਹਿਬ ਦੇ ਕੋਲ ਰੱਖੋ ਤੇ ਸਾਰਾ ਸੁਖਮਨੀ ਸਾਹਿਬ ਦਾ ਪਾਠ ਤੁਸੀਂ ਸੁਣਨਾ ਵੀ ਹੈ ਤੇ ਰੋਜ਼ ਕਰਨਾ ਵੀ ਹੈ। ਉਸ ਜਲ ਨੂੰ ਤੁਸੀਂ ਆਪ ਵੀ ਛਕਣਾ ਹੈ ਤੇ ਰਾਣੀ ਨੂੰ ਵੀ ਛਕਾਉਣਾ ਹੈ। ਗੁਰੂ ਕਿਰਪਾ ਕਰੇਗਾ, ਸਰਬ ਰੋਗ ਕਾ ਅਵਖਦ ਨਾਮ ਹੈ। ਗੁਰੂ ਭਲੀ ਕਰੇਗਾ। ਗੁਰੂ ਨਾਨਕ ਦੇ ਦਰ ਤੇ ਜੇ ਕੋਈ ਬਚਨ ਕਮਾਵੇ ਸੰਤਨ ਕਾ, ਗੁਰੂ ਨਾਨਕ ਦੇ ਦਰ ਤੇ ਆ ਕੇ ਗੁਰੂ ਨਾਨਕ ਦੇ ਪਿਆਰੇ ਗੁਰੂ ਨਾਲ ਜੋੜਦੇ ਹਨ ਤੇ ਜੇ ਕੋਈ ਸਿਮਰਨ ਵਿੱਚ ਜੁੜ ਜਾਵੇ ਤਾਂ ਸਭ ਕੁਝ ਮਿਲਦਾ ਹੈ। ਗੁਰੂ ਤੁਹਾਡੀਆਂ ਮੁਰਾਦਾਂ ਪੂਰੀਆਂ ਕਰੇਗਾ। ਤੁਸੀਂ ਨਿਤਨੇਮ ਨਹੀਂ ਛੱਡਣਾ। ਹੁਣ ਖੁਸ਼ੀ ਖੁਸ਼ੀ ਰਾਜਾ ਤੇ ਰਾਣੀ ਵਾਪਸ ਘਰ ਆਏ। ਅੰਮ੍ਰਿਤ ਵੇਲੇ ਜਾਗਦੇ ਹਨ, ਇਸ਼ਨਾਨ ਕਰਦੇ ਹਨ, 5 ਪਾਠ ਰੋਜ਼ ਪਿਆਰ ਦੇ ਨਾਲ ਜਪਜੀ ਸਾਹਿਬ ਦੇ ਕਰਨੇ। ਉਪਰੰਤ ਫਿਰ ਗੁਰਦੁਆਰਾ ਸਾਹਿਬ ਜਾ ਕੇ ਅੰਮ੍ਰਿਤ ਜਲ ਰੱਖ ਕੇ ਸੁਖਮਨੀ ਸਾਹਿਬ ਦਾ ਪਾਠ ਸੁਣਨਾ, ਉਹ ਅੰਮ੍ਰਿਤ ਪੀਣਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਏਡੀਆਂ ਬਖਸ਼ਿਸ਼ਾਂ ਕੀਤੀਆਂ, ਏਡੀਆਂ ਰਹਿਮਤਾਂ ਕੀਤੀਆਂ ਕਿ ਰਾਜੇ ਦਾ ਰੋਗ ਵੀ ਨਿਵਰਤ ਹੋ ਗਿਆ ਤੇ ਨਿਰੰਕਾਰ ਨੇ ਉਹਨਾਂ ਦੇ ਘਰ ਇੱਕ ਸੋਹਣਾ ਲਾਲ ਵੀ ਭੇਜ ਦਿੱਤਾ। ਇਹ ਗੁਰੂ ਦੀ ਕਿਰਪਾ ਹੈ, ਗੁਰੂ ਦੀ ਬਖਸ਼ਿਸ਼ ਹੈ। ਨਾਮ ਵਿੱਚ ਹੀ ਸਾਰੇ ਪਦਾਰਥ ਹਨ ਜੋ ਹਜੂਰ ਬਖਸ਼ਿਸ਼ ਕਰ ਰਹੇ ਹਨ।
ਸੁਖ ਪਾਵੋ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜਿਉ ਸੁਖ ਪਾਵੋ ਸੁਖ ਪਾਵੋ ਸੁਖ ਪਾਵੋ ਸੁਖ ਪਾਵੋ ਪਾਵੋ ਸੁਖ ਪਾਵੋ ਸੁਖ ਪਾਵੋ ਸੁਖ ਪਾਵੋ ਸੁਖ ਪਾਵੋ ਸੁਖ ਸੁਖ ਪਾਵੋ ਸੁਖ ਪਾਵੋ